ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਭਵਨ ਦੇ ਵਿੱਚ ਜਿੱਥੇ ਆਪਣਾ ਮੰਜਾ ਡਾਇਆ ਉੱਥੋਂ ਮਹਿਜ਼ 10-15 ਕਿਲੋਮੀਟਰ ਦੀ ਦੂਰੀ ਤੇ 4 ਪਿੰਡਾਂ ਦੀ ਕਈ ਏਕੜ ਜ਼ਮੀਨ ਦੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪ੍ਰਾਈਮ ਟਾਈਮ ਦੇ ਨਾਲ ਮੈਂ ਹਰਸ਼ਰਨ ਕੌਰ। ਮੰਤਰੀ ਲੈਵਲ ਤੇ ਭੂ ਮਾਫੀਆ ਡੀਡੀਪੀਓ ਦਫ਼ਤਰ डायरैक्टर पंचायत मंत्री इलाके के कांग्रेसी नेता एक नेता का नाम जुड़ता कांग्रेसी का मैं नाम ले नहीं सकता पेपर जो नाम है नहीं बड़ा सरगर्म नेता मंत्री भी रहा वो कांग्रेस का ਉਹਦਾ नाम जुड़ता कि ਉਹਦੀ मिली भुगत ਦੇ ਨਾਲ ਸਾਰੇ ਅਫਸਰ ਸਾਰੇ ਮੰਤਰੀ ਉਸ ਤਰੀਕੇ ਨਾਲ ਇਹ ਜਾਲੀ ਸੰਸਥਾਵਾਂ ਖੜੀਆਂ ਕਰਾਣੇ ਜਿਹਨਾਂ ਸੰਸਥਾਵਾਂ ਦੀ ਇਨਵੈਸਟੀਗੇਸ਼ਨ ਹੋਏ ਤਾਂ ਜਿਸ ਤਰੀਕੇ ਨਾਲ ਬਲਵੀਰ ਸਿੰਘ ਸਿੱਧੂ ਜੀ ਬਲੌਂਗੀ ਦੀ ਗਊਸ਼ਾਲਾ ਪਿੱਛੇ ਆਏ ਇਹਨਾਂ ਸੰਸਥਾਵਾਂ ਪਿੱਛੇ ਜਿਹੜੀਆਂ ਸਮਾਜ ਸੇਵੀ ਬਣੀ ਫਿਰਦੀਆਂ ਕੋਈ ਨਾ ਕੋਈ ਮੰਤਰੀ ਦਾ ਪਰਿਵਾਰ ਪੱਕਾ ਨਿਕਲੇਗਾ। ਪਿਛਲੇ ਦਿਨੀ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦੇ ਵੱਲੋਂ ਇੱਕ ਜ਼ਮੀਨ ਹੜੱਪਣ ਦਾ ਮਾਮਲਾ ਤੁਹਾਡੇ ਸਭ ਦੇ ਜ਼ਿਹਨ ਦੇ ਵਿੱਚ ਹੀ ਹੋਣਾ ਹੈ ਕਿ ਹੁਣ ਮੋਹਾਲੀ ਦੇ ਕੁਝ ਹੋਰ ਪਿੰਡਾਂ ਦੀ ਜ਼ਮੀਨ ਦੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਕੀ ਇਹ ਪੂਰਾ ਮਾਮਲਾ ਹੈ ਉਸ ਤੋਂ ਪਹਿਲਾਂ ਆਪਾਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀਆਂ ਕੁਝ ਜਿਹੜੀਆਂ ਸਰਗਰਮੀਆਂ ਨੇ ਉਹਨਾਂ ਦੇ ਉੱਤੇ ਆਪਾਂ ਜ਼ਰੂਰ ਨਜ਼ਰ ਮਾਰ ਲੈਂਦੇ ਹਾਂ। ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਪਣੀ ਹਰ ਗੱਲ ਦੇ ਵਿੱਚ ਆਪਣੀ ਹਰ ਤਕਰੀਰ ਦੇ ਵਿੱਚ ਪੰਜਾਬ ਦੇ ਵਿੱਚੋਂ ਮਾਫੀਆ ਖਤਮ ਕਰਨ ਦੇ ਦਾਅਵੇ ਕਰਦੇ ਨੇ। ਪੰਜਾਬੀਆਂ ਨੂੰ ਸਸਤੀ ਬਿਜਲੀ ਸਮੇਤ ਰੁਜ਼ਗਾਰ ਦੇਣ ਦੇ ਭਰੋਸੇ ਵੀ ਵੰਡ ਰਹੇ ਨੇ। ਉਹ ਆਪਣੇ ਹਰੇਕ ਭਾਸ਼ਣ ਦੇ ਵਿੱਚ 2022 ਦੇ ਵਿੱਚ ਆਪਣੀ ਸਰਕਾਰ ਆਉਣ ਤੇ ਪੰਜਾਬ ਦੀ ਕਿਸਮਤ ਬਦਲਣ ਦਾ ਜਿਹੜਾ ਦਾਅਵਾ ਹੈ ਜਾਂ ਕਹਿ ਲਈਏ ਕਿ ਲਾਰਾ ਹੈ ਉਹ ਵੀ ਲਾਉਣ ਲੱਗੇ ਨੇ। ਪਰ ਨਾਲ ਇਹ ਵੀ ਜਿਹੜੇ ਤੰਜ ਕਸੇ ਜਾ ਰਹੇ ਨੇ ਕਿ ਹੁਣ ਭਲਾ ਕਿਹਦੀ ਸਰਕਾਰ ਹੈ। ਸਰਕਾਰ ਤਾਂ ਹੁਣ ਵੀ ਕਾਂਗਰਸ ਦੀ ਹੈ ਪਰ ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਸਿੱਧੂ ਸਾਹਿਬ ਦੀ ਮਜਬੂਰੀ ਵੀ ਹੈ ਕਿਉਂਕਿ ਕਾਂਗਰਸ ਦੇ ਕਪਤਾਨ ਦੇ ਨਾਲ ਸਿੱਧੂ ਸਾਹਿਬ ਦੀ ਇੰਨੀ ਜੰਮਦੀ ਨਹੀਂ ਹੈ। ਇਸ ਕਰਕੇ ਸ਼ਾਇਦ ਨਵਜੋਤ ਸਿੰਘ ਸਿੱਧੂ ਦੀ ਕੋਈ ਗੱਲ ਕਪਤਾਨ ਸਾਹਿਬ ਮੰਨਦੇ ਨਹੀਂ। ਇਸ ਕਰਕੇ ਉਹ ਅਗਲੀ ਸਰਕਾਰ ਦੀਆਂ ਗੱਲਾਂ ਕਰਦੇ ਨੇ ਕਿਉਂਕਿ ਹੋ ਸਕਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਜਿਸ ਤਰੀਕੇ ਦੇ ਨਾਲ ਜਿਹੜੀ ਸੁਪਰੀਮੋ ਹੈ ਕਾਂਗਰਸ ਸੁਪਰੀਮੋ ਦੇ ਵੱਲੋਂ ਖੁੱਡੇ ਲਾਈਨ ਹੌਲੀ ਲਾਇਆ ਜਾ ਰਿਹਾ ਹੈ ਤਾਂ ਕੁਰਸੀ ਹੈ ਜਿਹੜੀ ਸਭ ਤੋਂ ਵੱਡੀ ਕੁਰਸੀ ਹੈ ਪੰਜਾਬ ਦੀ ਉਹ ਸ਼ਾਇਦ ਨਵਜੋਤ ਸਿੰਘ ਸਿੱਧੂ ਨੂੰ ਮਿਲ ਜਾਵੇ ਜੇ ਪੰਜਾਬ 'ਚ ਕਾਂਗਰਸ ਦੀ ਸਰਕਾਰ ਆਉਂਦੀ ਹੈ। ਤੇ ਹੁਣ ਗੱਲ ਇੱਥੋਂ ਤੱਕ ਵੀ ਜਾ ਪਹੁੰਚੀ ਹੈ ਕਿ ਸਿੱਧੂ ਸਾਹਿਬ ਦੇ ਬੋਝਿਆਂ ਦੇ ਵਿੱਚੋਂ ਕਾਂਗਰਸ ਪਾਰਟੀ ਦੇ ਲੀਡਰ ਘਿਰ ਕੇ ਡਿੱਗਣ ਲੱਗੇ ਨੇ। ਲੁਧਿਆਣਾ ਤੋਂ ਇੱਕ ਸੀਨੀਅਰ ਕਾਂਗਰਸੀ ਲੀਡਰ ਆਮ ਆਦਮੀ ਪਾਰਟੀ ਦੇ ਬੇੜੇ ਵਿੱਚ ਛਾਲ ਮਾਰ ਕੇ ਸਵਾਰ ਹੋ ਗਏ ਨੇ। ਸਿੱਧੂ ਦੀ ਆਪਣੀ ਸਰਕਾਰ ਆਉਣ ਦੇ ਦਿਨ ਵੇਲੇ ਦਿਖਾਏ ਜਾ ਰਹੇ ਸੁਪਨਿਆਂ ਦੇ ਪਰਛਾਵੇਂ ਹੇਠ ਸਰਕਾਰ ਦੇ ਮੰਤਰੀ ਹੱਥ ਰੰਗਣ ਦਾ ਵੀ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੇ। ਸਿੱਧੂ ਦੇ ਪ੍ਰਧਾਨਗੀ ਅਹੁਦਾ ਸਾਂਭਣ ਤੋਂ ਲੈ ਕੇ ਹੁਣ ਤੱਕ ਕਾਂਗਰਸੀ ਪੰਚਾਂ ਤੋਂ ਲੈ ਕੇ ਮੰਤਰੀਆਂ ਤੱਕ ਮਹਿੰਗੀ ਜ਼ਮੀਨ ਦੇਖ ਕੇ ਲਾਲਾਂ ਸੁੱਟਣ ਦੇ ਮਾਮਲੇ ਲਗਾਤਾਰ ਸਾਹਮਣੇ ਆਉਣ ਲੱਗੇ ਨੇ। ਨਵਜੋਤ ਸਿੰਘ ਸਿੱਧੂ ਸਭ ਕਾਸੇ ਤੋਂ ਕਬੂਤਰ ਵਾਂਗੂ ਅੱਖਾਂ ਮੀਟੀ ਵਿਰੋਧੀਆਂ ਨੂੰ ਭੰਡਣ ਤੇ ਆਪਣਿਆਂ ਨੂੰ ਸਲਾਉਣ ਦਾ ਮੌਕਾ ਵੀ ਗੁਆਚਣ ਨਹੀਂ ਦਿੰਦੇ। ਲੋੜ ਹੈ ਹੁਣ ਸਿੱਧੂ ਸਾਹਿਬ ਕਾਂਗਰਸ ਦੀ ਪ੍ਰਧਾਨਗੀ ਦੇ ਅਹੁਦੇ ਤੇ ਬੈਠੇ ਨੇ ਤਾਂ ਭ੍ਰਸ਼ਟ ਮੰਤਰੀਆਂ ਦੇ ਬਾਰੇ ਵੀ ਆਪਣੀ ਜ਼ੁਬਾਨ ਖੋਲਣ। ਇੰਜ ਲੱਗਦਾ ਜਿਵੇਂ ਸਿੱਧੂ ਨੂੰ ਪ੍ਰਧਾਨਗੀ ਬੇਗਾਨਿਆਂ ਨੂੰ ਫੁੱਲੀਆਂ ਸੁੱਟਣ ਅਤੇ ਆਪਣਿਆਂ ਨੂੰ ਗੱਫੇ ਵੰਡਣ ਲਈ ਦਿੱਤੀ ਹੋਵੇ। ਇੱਕ ਸੀਨੀਅਰ ਪੱਤਰਕਾਰ ਕਹਿੰਦੇ ਨੇ ਤੇ ਪ੍ਰਧਾਨ ਦਾ ਅਹੁਦਾ ਸਾਂਭਣ ਤੋਂ ਬਾਅਦ ਸਭ ਤੋਂ ਵੱਡੀ ਪ੍ਰਾਪਤੀ ਉਹਨਾਂ ਦੀ ਕੈਪਟਨ ਅਮਰਿੰਦਰ ਸਿੰਘ ਨੂੰ ਖੁੱਡੇ ਲਾਈਨ ਲਾਉਣ ਦੀ ਲੱਗਦੀ ਹੈ। ਤਾਂ ਹੀ ਤਾਂ ਉਹ ਸਲਾਹਕਾਰਾਂ ਦੀ ਫੌਜ ਖੜੀ ਕਰਨ ਦੇ ਵਿੱਚ ਲੱਗੇ ਹੋਏ ਨੇ। ਪਹਿਲਾਂ ਲਾਏ 4 ਸਲਾਹਕਾਰਾਂ ਤੋਂ ਬਾਅਦ ਅੱਜ 2 ਹੋਰ ਸਲਾਹਕਾਰ ਜਗਤਾਰ ਸਿੰਘ ਸਿੱਧੂ ਤੇ ਸੁਰਿੰਦਰ ਡੱਲਾ ਨਿਯੁਕਤ ਕਰ ਦਿੱਤੇ ਗਏ ਨੇ। ਇਹ ਵੱਖਰੀ ਗੱਲ ਹੈ ਕਿ ਪਹਿਲਾਂ ਲਾਏ 4 ਸਲਾਹਕਾਰਾਂ ਦੇ ਵਿੱਚੋਂ ਇੱਕ ਨੇ ਇਹ ਪੇਸ਼ਕਸ਼ ਸਿੱਧੂ ਸਾਹਿਬ ਦੀ ਉਹ ਠੁਕਰਾ ਦਿੱਤੀ ਸੀ। ਸੋ ਗੱਲ ਮਹਿੰਗੀ ਜ਼ਮੀਨ ਦੇਖ ਕੇ ਲਾਲਾਂ ਸੁੱਟਣ ਤੋਂ ਤੁਰੀ ਸੀ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ 3 ਪਿੰਡਾਂ ਦੀ 400 ਕਰੋੜ ਰੁਪਏ ਜ਼ਮੀਨ ਦੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਮੋਹਾਲੀ ਦੀ ਵੱਖੀ 'ਚ ਪੈਂਦੇ ਪਿੰਡ ਬਲੌਂਗੀ ਦੇ ਵਿੱਚ ਵੀ ਇੱਕ ਮੰਤਰੀ ਜਿਨ੍ਹਾਂ ਦਾ ਨਾਮ ਆਪਾਂ ਸ਼ੁਰੂਆਤ ਦੇ ਵਿੱਚ ਲਿਆ ਸੀ ਉਹਨਾਂ ਵੱਲੋਂ 250 ਕਰੋੜ ਦੀ ਜ਼ਮੀਨ ਤੇ ਆਨੇ ਬਹਾਨੇ ਕਬਜ਼ਾ ਕਰਨ ਦੇ ਦੋਸ਼ ਲੱਗੇ ਨੇ। 3 ਪਿੰਡਾਂ ਦੀ ਜ਼ਮੀਨ ਤੇ ਕਬਜ਼ਾ ਕਰਨ ਵਾਲੇ ਮੰਤਰੀਆਂ ਵਿੱਚ ਸਭ ਤੋਂ ਉੱਪਰ ਸਿੱਧੂ ਦੇ ਖਾਸਮ ਖਾਸ ਤੇ ਮਾਝਾ ਬ੍ਰਿਗੇਡ ਦੇ ਕਮਾਂਡਰ ਦਾ ਨਾਮ ਵੱਜਦਾ ਹੈ। ਬਲੌਂਗੀ ਵਾਲੀ ਜ਼ਮੀਨ ਤੇ ਕਥਿਤ ਤੌਰ ਤੇ ਕਬਜ਼ਾ ਕਰਨ ਵਾਲੇ ਮੰਤਰੀ ਦੀ ਸਿੱਧੂ ਦੇ ਨਾਲ ਦੂਰੀ ਦੱਸੀ ਜਾ ਰਹੀ ਹੈ ਪਰ ਉਹਨਾਂ ਦੀ ਸੱਜੀ ਬਾਹ ਸਮਝੇ ਜਾਂਦੇ ਪੰਚਾਇਤ ਮੰਤਰੀ ਵੱਲੋਂ 3 ਪਿੰਡਾਂ ਦੀ ਜ਼ਮੀਨ ਤੇ ਕਬਜ਼ਾ ਕਰਨ ਤੋਂ ਪਰਦਾ ਉੱਠਣ ਤੋਂ ਬਾਅਦ ਸਿੱਧੂ ਦੀ ਚੁੱਪ ਪੰਜਾਬ ਵਿੱਚੋਂ ਮਾਫੀਆ ਸ਼ਬਦ ਅਲੋਪ ਕਰਨ ਦੇ ਦਾਅਵਿਆਂ ਤੇ ਸਵਾਲ ਖੜੇ ਕਰਦਾ ਹੈ। ਹੁਸ਼ਿਆਰਪੁਰ ਤੋਂ ਐਮਐਲਏ ਅਤੇ ਸਨਅਤ ਮੰਤਰੀ ਦੇ ਵੱਲੋਂ ਮੋਹਾਲੀ ਦੇ ਪੌਸ਼ ਏਰੀਆ ਦੀ ਸਖਤ
70 ਏਕੜ ਤੋਂ ਵੱਧ ਜ਼ਮੀਨ ਕੌਡੀਆਂ ਦੇ ਭਾਅ ਆਪਣਿਆਂ ਨੂੰ ਵੇਚਣ ਦਾ ਮਾਮਲਾ ਵੀ ਹਾਲੇ ਸ਼ਾਂਤ ਨਹੀਂ ਹੋਇਆ ਅਤੇ ਸਿੱਧੂ ਸਾਹਿਬ ਦੀ ਪਹਿਲੀ ਪਸੰਦ ਵਿਧਾਇਕ ਮਦਨ ਲਾਲ ਜਲਾਲਪੁਰਾ ਦੇ ਭਾਂਜੇ ਉੱਤੇ 20 ਕਰੋੜ ਰੁਪਏ ਦਾ ਘਪਲਾ ਵੀ ਹਾਲੇ ਲੋਕਾਂ ਦੀ ਜ਼ੁਬਾਨ ਉੱਤੇ ਹੈ। 3 ਪਿੰਡਾਂ ਦੀ ਜ਼ਮੀਨ ਹਥਿਆਉਣ ਦੇ ਮਾਮਲੇ ਦੀ ਕਹਾਣੀ ਵਿੱਚ ਪਿੰਡ ਦੇ ਪੰਚ ਤੋਂ ਲੈ ਕੇ ਮਹਿਕਮੇ ਦੇ ਮੰਤਰੀ ਤੱਕ ਦਾ ਨਾਮ ਬੋਲਦਾ ਹੈ। ਪਤਾ ਤਾਂ ਇਹ ਵੀ ਲੱਗਿਆ ਕਿ ਜ਼ਮੀਨ ਦੱਬਣ ਦਾ ਮਾਮਲਾ ਵਿਜੀਲੈਂਸ ਕੋਲ ਜਾ ਪਹੁੰਚਿਆ ਸੀ, ਪਰ ਮੰਤਰੀ ਦੀਆਂ ਅੱਖਾਂ ਨੇ ਸਭ ਨੂੰ ਚੁੱਪ ਕਰਵਾ ਦਿੱਤਾ। ਜ਼ਮੀਨ ਹਥਿਆਉਣ ਤੋਂ ਲੈ ਕੇ ਮਾਮਲਾ ਸਾਹਮਣੇ ਆਉਣ ਤੱਕ ਕਈ ਸਰਕਾਰੀ ਅਫਸਰਾਂ ਦੀ ਬਲੀ ਵੀ ਦੇ ਦਿੱਤੀ ਗਈ ਤੇ ਕਈਆਂ ਦੇ ਕਲਗੀਆਂ ਵੀ ਲੱਗੀਆਂ। ਇਹਨਾਂ ਮਾਮਲਿਆਂ ਦੇ ਵਿੱਚ ਵੱਖਰੀ ਗੱਲ ਇਹ ਹੈ ਕਿ ਇਹ ਜਿਹੜੇ ਇਲਜ਼ਾਮ ਨੇ ਸਿਆਸੀ ਵਿਰੋਧੀਆਂ ਵੱਲੋਂ ਸਿਆਸੀ ਰੋਟੀਆਂ ਸੇਕਣ ਲਈ ਨਹੀਂ ਲਾਏ ਗਏ, ਸਗੋਂ ਆਮ ਲੋਕ ਇਹਨਾਂ ਮੁੱਦਿਆਂ ਨੂੰ ਲੈ ਕੇ ਖੜੇ ਹੋਏ ਨੇ। ਮੁਹਾਲੀ ਦੀ ਸਨਅਤੀ ਜ਼ਮੀਨ ਕੌਡੀਆਂ ਦੇ ਭਾਅ ਵੇਚਣ ਵਾਲੀ ਬੋਲੀ ਤਾਂ ਸਰਕਾਰ ਦਾ ਵਿੱਤ ਵਿਭਾਗ ਵੀ ਰੱਦ ਕਰ ਚੁੱਕਾ ਹੈ। ਹੁਣ ਆਪਣੇ ਮੰਤਰੀ ਨੂੰ ਬਚਾਉਣ ਦੇ ਲਈ ਮੋਤੀਆਂ ਵਾਲੀ ਸਰਕਾਰ ਨਿੱਤ ਪ੍ਰੈਸ ਨੋਟ ਜਾਰੀ ਕਰੀ ਜਾਵੇ, ਉਹਨੂੰ ਕੌਣ ਪੁੱਛਦਾ ਹੈ। ਤੇ ਜਿਹੜਾ ਤਾਜ਼ਾ ਮਾਮਲਾ ਸਾਹਮਣੇ ਆਇਆ ਉਸ ਨੂੰ ਲੈ ਕੇ ਪੰਜਾਬ ਦੇ ਵਿੱਚ ਪੰਜਾਬ ਅਗੇਂਸਟ ਕਰਪਸ਼ਨ ਸੰਸਥਾ ਅਤੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਮੋਹਾਲੀ ਪ੍ਰੈਸ ਕਲੱਬ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਤੇ ਇਸ ਸਾਰੇ ਘੁਟਾਲੇ ਦਾ ਪਰਦਾਫਾਸ਼ ਕੀਤਾ। ਪਹਿਲੀ ਗੱਲ ਤਾਂ ਜੀ ਤੁਹਾਡੇ ਸਾਰਿਆਂ ਦੀ ਮਿਹਰਬਾਨੀ, ਤੁਸੀਂ ਆਏ ਮੀਡੀਆ ਵਾਲੇ ਦੋਸਤ। ਇਹ ਜਿਹੜਾ ਚੰਡੀਗੜ੍ਹ ਦਾ ਇਲਾਕਾ ਹੈ ਪੁਆਧ ਦਾ ਇਲਾਕਾ ਮੰਨਿਆ ਜਾਂਦਾ ਪੰਜਾਬ ਦੇ ਵਿੱਚ, ਬੜਾ ਅਣਗੌਲਿਆ ਇਲਾਕਾ, ਲੋਕਾਂ ਨੂੰ ਨਹੀਂ ਪਤਾ। ਤੇ ਚੰਡੀਗੜ੍ਹ ਜਿਹੜਾ ਵਸਾਇਆ ਗਿਆ ਸੀ ਪੁਆਧ ਦੇ ਇਲਾਕੇ ਦੇ ਪਿੰਡਾਂ ਨੂੰ ਉਜਾੜ ਕੇ ਵਸਾਇਆ ਗਿਆ ਸੀ ਤੇ ਇਹ ਇਲਾਕਾ ਪਛੜਿਆ ਹੋਇਆ ਖੇਤੀਬਾੜੀ ਜਿੱਦਾਂ ਗਰੀਬ ਤੇ ਅਨਪੜ੍ਹ ਲੋਕ ਸੀਗੇ। ਜਿਸ ਤਰੀਕੇ ਨਾਲ ਈਸਟ ਇੰਡੀਆ ਕੰਪਨੀ ਆਈ ਸਾਡੇ ਦੇਸ਼ ਦੇ ਵਿੱਚ ਤੇ ਸਾਡੇ ਦੇਸ਼ ਤੇ ਕਬਜ਼ਾ ਕਰ ਗਈ, ਇਹ ਪੁਆਧ ਦੇ ਇਲਾਕੇ ਦੇ ਪਿੰਡਾਂ ਦੇ ਉੱਤੇ ਈਸਟ ਇੰਡੀਆ ਕੰਪਨੀ ਵਰਗੀਆਂ ਹੁਣ ਸਮਾਜ ਸੇਵੀ ਸੰਸਥਾਵਾਂ ਆ ਗਈਆਂ। ਉਹ ਕਦੇ ਗਊ ਸੇਵਾ ਦੀ ਗੱਲ ਕਰਦੇ ਆ, ਕਦੇ ਆਰਗੈਨਿਕ ਖੇਤੀ ਦੀ ਗੱਲ ਕਰਦੇ ਆ, ਕਦੇ ਇੰਡਸਟਰੀ ਦੀ ਗੱਲ ਕਰਦੇ ਆ। ਬਿਲਕੁਲ ਈਸਟ ਇੰਡੀਆ ਦੀ ਤਰਜ਼ ਦੇ ਉੱਤੇ ਇੱਥੇ ਦੇ ਗਦਾਰ ਅਫਸਰਾਂ ਨੂੰ ਤੇ ਗਦਾਰ ਲੋਕਾਂ ਨੂੰ ਨਾਲ ਮਿਲਾ ਕੇ ਸਾਡੀ ਜ਼ਮੀਨਾਂ ਤੇ ਕਬਜ਼ਾ ਕਰਦੇ ਆ। ਜਿਹੜੀ ਬਲੌਂਗੀ ਦੀ ਗਊਸ਼ਾਲਾ ਦਾ ਰੌਲਾ ਪਿਆ, ਉਸ ਤੋਂ ਪਹਿਲੇ ਦਾਊ ਪਿੰਡ ਦਾ ਸਾਡੇ ਹਰਵਿੰਦਰ ਜੀ ਨਾਲ ਦਾਊ ਦੇ ਬੈਠੇ ਆ, ਇਹ ਪਿੰਡ ਦੇ ਲੋਕ ਬੈਠੇ ਆ, ਪਿੱਛੇ ਨੰਬਰਦਾਰ ਜੀ ਬੈਠੇ ਆ, ਕੀ ਨਾਮ ਪਿੰਡ ਦਾ ਆਪਣਾ, ਚੰਦਪੁਰ। ਹੁਣ ਇਹ ਮਾਮਲਾ ਸਾਡੇ ਧਿਆਨ 'ਚ ਆਇਆ ਕਿ ਬਲੌਂਗੀ ਗਊਸ਼ਾਲਾ ਜਿਹੜੀ 10 ਏਕੜ ਆਪਾਂ ਕਹਿੰਦੇ 100 ਕਰੋੜ ਦੀ ਹੈ ਤੇ ਚੰਦਪੁਰ ਪਿੰਡ ਦੀ 86 ਏਕੜ ਜ਼ਮੀਨ ਨੈਸ਼ਨਲ ਹਾਈਵੇ ਦੇ ਉੱਤੇ ਨਿਊ ਚੰਡੀਗੜ੍ਹ 'ਚ ਜਿਹੜਾ ਕਰਾਲੀ ਹਾਈਵੇ ਹੈਗਾ, ਮੁੱਲਾਪੁਰ ਕਰਾਲੀ ਹਾਈਵੇ ਤੇ ਉੱਥੇ 86 ਏਕੜ ਲੈਂਡ ਹੈ। ਜੇ ਆਪਾਂ 5 ਕਰੋੜ ਕਿੱਲੇ ਦੀ ਵੀ ਗੱਲ ਕਰੀਏ, 400-500 ਕਰੋੜ ਰੁਪਏ ਦੀ ਜ਼ਮੀਨ ਤੇ ਨਜ਼ਰ ਪੈ ਗਈ ਹੁਣ ਮਾਫੀਏ ਦੀ। ਉਹ ਈਸਟ ਇੰਡੀਆ ਕੰਪਨੀ ਦੀ ਤਰ੍ਹਾਂ ਬਣ ਕੇ ਆ ਗਏ। 3-4 ਕੰਪਨੀਆਂ ਬਣਾਈਆਂ ਜਿਹੜੀ ਜ਼ਮੀਨ ਨੂੰ ਲੁੱਟਣ ਵਾਸਤੇ, ਉਹਦੇ ਮਤੇ ਵੀ ਪਏ ਆ ਬਿਲਕੁਲ ਬਲੌਂਗੀ ਦੀ ਤਰ੍ਹਾਂ ਤੇ। ਚਲੋ ਕੰਪਨੀ ਦਾ ਨਾਮ ਬੋਲੋਗੇ। ਪਹਿਲੀ 8/8/2021 ਨੂੰ ਮੈਂ ਦੱਸ ਦਿੰਦਾ 33 ਸਾਲਾ ਲੀਜ਼ ਤੇ ਦੇਣ ਵਾਸਤੇ ਅਰੋਗ ਆਰਗੈਨਿਕ 33 ਸਾਲਾ ਲੀਜ਼ ਤੇ ਦੇਣ ਵਾਸਤੇ 20 ਵਿਗੇ 12 ਮਰਲੇ 12 ਬਿਸਵੇ, ਫਿਰ 60 ਵਿਗੇ 17 ਬਿਸਵੇ ਸਪੀਡ ਰਿਕਾਰਡ ਪ੍ਰਾਈਵੇਟ ਲਿਮਟਿਡ। ਇਹ ਕੰਪਨੀ ਆ ਗਈ ਈਸਟ ਇੰਡੀਆ ਕੰਪਨੀ ਵਰਗੀ ਸਾਡੇ ਕੋਲੇ। ਫਿਰ ਸਾਲ 2008 ਤੋਂ ਲੈ ਕੇ 2012-13 ਵਿੱਚ ਜੋ ਸਾਡੇ ਪਿੰਡ ਦੀ ਪੰਚਾਇਤ ਬਣੀ, ਉਹਦੇ ਵਿੱਚ ਭੁਪਿੰਦਰ ਸਿੰਘ ਸਰਪੰਚ ਅਤੇ ਹੋਰ ਪੰਚ, ਇਹਨਾਂ ਨੂੰ ਉਸ ਸਮੇਂ ਦੇ BDO DK ਸਾਲ ਦੀ ਅਤੇ ਸੁਰਿੰਦਰਪਾਲ ਪੰਚਾਇਤ ਸਕੱਤਰ ਵੱਲੋਂ ਇਹਨਾਂ ਦੇਖਿਆ ਵੀ ਇੱਥੇ 86 ਕਿੱਲੇ ਜ਼ਮੀਨ ਹੈ, ਉਹਨੂੰ ਧਮਕਾਇਆ ਗਿਆ ਵੀ ਇਹ ਜ਼ਮੀਨ ਜਿਹੜੀ ਪੰਚਾਇਤ ਦੇ ਨਾਂ ਕਰਾ ਦਿੱਤੀ ਜਾਵੇ। ਪਰ ਸਰਪੰਚ ਨੇ ਬੜੀ ਦਲੇਰੀ ਦੇ ਨਾਲ ਕੰਮ ਕੀਤਾ, ਕਹਿੰਦਾ ਕੋਈ ਗੱਲ ਨਹੀਂ, ਮੈਨੂੰ ਭਾਵੇਂ ਸਸਪੈਂਡ ਕਰ ਦਿਓ, ਮੈਂ ਪੰਚਾਇਤ ਦੇ ਨਾਂ ਜ਼ਮੀਨ ਨਹੀਂ ਲਵਾਉਣੀ। ਇਹਨਾਂ ਨੇ ਸਸਪੈਂਡ ਕਰਕੇ ਉਹ ਤੋਂ ਬਾਅਦ ਪੰਚਾਇਤ ADC ਦੇ ਕੇਸ ਪਾ ਕੇ ਆਪਣੇ ਪੰਚਾਇਤ ਦੇ ਨਾਂ ਜ਼ਮੀਨ ਕਰਾ ਲਈ। ਫਿਰ ਇਹਨਾਂ ਕੀ 30/3/2012 ਨੂੰ ਪਿੰਡ ਦੇ 170 ਬੰਦਿਆਂ ਨੇ ਕਣਕ ਬੀਜੀ ਹੋਈ ਸੀ ਤੇ 170 ਬੰਦਾ ਹੀ 1947 ਤੋਂ ਕਾਬਜ਼ ਹੈ ਜ਼ਮੀਨ ਤੇ ਸਾਡੇ ਨਾਂ ਤੇ ਗਰਦਾਰੀਆਂ ਚੱਲਦੀਆਂ ਆ ਰਹੀਆਂ। ਇਹਨਾਂ ਨੇ ਕੀ ਕੀਤਾ, ਜਾ ਕੇ ਪੁਲਿਸ ਫੋਰਸ ਤੇ ਇੱਕ ਪੰਚਾਇਤ ਸੈਕਟਰੀ ਨੇ ਆਪਣੇ ਪਿੰਡੋਂ ਟਰੈਕਟਰ ਲਿਆਂਦਾ, ਖੜੀ ਫਸਲ ਬਾਤੀ ਯਾਰ ਪੱਕੀ ਹੋਈ ਫਸਲ। ਇਹਨਾਂ ਨੇ ਫਿਰ ਕੀਤਾ, ਅਸੀਂ 29 ਬੰਦਿਆਂ ਨੇ 29% ਹਾਈ ਕੋਰਟ ਦੇ ਵਿੱਚ ਕੇਸ ਪਾਤਾ। ਕੇਸ ਪਾਉਣ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਵੀ 29 ਬੰਦਿਆਂ ਦੇ ਨਾਂ ਤੇ FIR ਦਰਜ ਕਰਾਤੀ ਵੀ ਇਹਨਾਂ ਨੇ ਕਣਕ ਚੋਰੀ ਵੱਢੀ ਹੈ ਤੇ ਸਾਰੇ ਬਾਕੀਆਂ ਤੇ ਕੋਈ ਬਲੇਮ ਨਹੀਂ ਲਿਆ, ਸਿਰਫ 29 ਬੰਦਿਆਂ ਦੇ। ਉਹ FIR 7 ਸਾਲ ਅਸੀਂ ਉਹਦਾ ਖਮਿਆਜਾ ਭੁਗਤਿਆ। ਉਹ ਜਿਹੜੀ ਰਿਟ ਪਟੀਸ਼ਨ FIR ਸੀਗੀ ਉਹ ਸਾਡੇ ਹੱਕ 'ਚ ਹੋ ਗਈ ਹੈ। ਰੋਪੜ ਤੋਂ ਅਸੀਂ ਕੇਸ ਜਿੱਤ ਗਏ ਹਾਂ, ਝੂਠਾ ਪਰਚਾ ਸਾਡੇ ਦਰਜ ਕਰਾਇਆ ਗਿਆ ਇਹਨਾਂ ਨੇ। ਉਹ ਤੋਂ ਬਾਅਦ 2010-11 ਦੇ ਵਿੱਚ ਸਿਸਵਾਂ ਕੁਰਾਲੀ ਮਾਰਗ ਇਹ ਚੌੜਾ ਹੋਇਆ ਹੈ, ਇਹਦੇ ਵਿੱਚ ਸਾਡੇ ਪਿੰਡ ਨੂੰ ਉਸ ਸ਼ਾਮਲਾਟ ਜ਼ਮੀਨ ਦਾ 1 ਕਰੋੜ 35 ਲੱਖ ਰੁਪਈਆ ਕਿੱਲੇ ਦੇ ਹਿਸਾਬ ਨਾਲ ਮਿਲਿਆ। ਇਹਨਾਂ ਨੇ ਕੀ ਕੀਤਾ, ਪੰਚਾਇਤ ਨੇ 2014 ਦੇ ਵਿੱਚ ਜਿਹੜੀ 13 ਤੋਂ ਬਾਅਦ ਪੰਚਾਇਤ ਬਣੀ ਹੈ 18 ਤੱਕ, ਇਹਨਾਂ ਨੇ ਸ਼ਾਮਲਾਤ ਜ਼ਮੀਨ ਦੀ ਜਿਹੜੀ ਫਰਦ ਸੀਗੀ ਉਹਦੇ ਵਿੱਚ ਇੱਕ ਟੈਂਪਰਿੰਗ ਕਰ ਲਈ। ਟੈਂਪਰਿੰਗ ਦੇ ਵਿੱਚ ਕੀ ਲਾਈਨ ਲਿਖੀ ਹੈ, 2 ਘੰਟੇ ਬਾਅਦ ਟੈਂਪਰਿੰਗ ਕੀਤੀ ਗਈ। ਟੈਂਪਰਿੰਗ ਕੀਤੀ ਗਈ, ਉਹਦੇ ਵਿੱਚ ਲਿਖਿਆ ਗਿਆ ਸਿਰਫ 2 ਲਾਈਨਾਂ, ਰਾਬਟ ਨੰਬਰ 28 ਮਿਤੀ 26/9/14 ਅਨੁਸਾਰ ਗਿਰਦਾਵਰੀ ਦਰੁਸਤ ਕਰਕੇ ਗ੍ਰਾਮ ਪੰਚਾਇਤ ਦੇ ਨਾਂ ਹੋ ਚੁੱਕੀ ਹੈ। ਇਹੀ ਲਾਈਨ ਦੂਜੇ ਦਿਨ ਕੱਟ ਦਿੱਤੀ। ਇਸੇ ਇੱਕ ਲਾਈਨ ਦੇ ਆਧਾਰ ਤੇ
97 ਲੱਖ ਰੁਪਇਆ ਉਹਨਾਂ ਨੇ ਇੱਕੋ ਦਿਨ ਵਿੱਚ ਪੰਚਾਇਤ ਨੇ ਖਜ਼ਾਨੇ ਚੋਂ ਕਢਾ ਲਿਆ। ਸੁਰਿੰਦਰਪਾਲ ਸੈਕਟਰੀ ਨੇ ਆਪ ਖੁਦ ਇੱਕ 2.5 ਏਕੜ ਜ਼ਮੀਨ ਬਲੈਂਡ ਇੰਸਟੀਚਿਊਟ ਨੂੰ ਦੇਤੀ 33 ਸਾਲਾ ਲੀਜ਼ ਦੇ ਲਈ ਸਿਰਫ 1 ਲੱਖ ਰੁਪਏ 'ਚ। ਉਸ ਜ਼ਮੀਨ ਦੇ ਵਿੱਚ ਪਹਿਲਾਂ ਹੀ ਇੱਕ ਟਿਊਬਵੈੱਲ ਲੱਗਿਆ ਹੋਇਆ ਜਿਹੜੇ ਤੇ 5 ਲੱਖ ਰੁਪਇਆ ਖਰਚਾ ਦਿਖਾਇਆ ਹੋਇਆ ਇਹਨਾਂ ਨੇ, ਤੇ ਮਕਾਨ ਦਾ ਖਰਚਾ ਅਲੱਗ ਦਿਖਾਇਆ ਹੋਇਆ, ਉਹ ਵੀ ਉਹਨੂੰ ਵਿੱਚ ਲਿਖਤਾ ਵੀ ਇਹਨਾਂ ਨੂੰ ਜੇ ਇਸ ਕਨੈਕਸ਼ਨ ਲੈਣੇ ਸਾਨੂੰ ਕੋਈ ਇਤਰਾਜ਼ ਨਹੀਂ ਹੈ। ਅਸੀਂ ਮੰਗ ਕਰਾਂਗੇ ਬਲਾਈਂਡ ਇੰਸਟੀਚਿਊਟ ਕਿਹੜੇ ਮੰਤਰੀ ਦੀ ਹੈ, ਜਾਂਚ ਕਰਕੇ ਪਤਾ ਲਗਾਇਆ ਜਾਵੇ। ਇਹ ਗਊਸ਼ਾਲਾ ਦੇ ਤੌਰ ਤੇ ਬਲਾਈਂਡ ਇੰਸਟੀਚਿਊਟ ਹੈ। 10 ਏਕੜ ਜ਼ਮੀਨ ਬਲਬੀਰ ਸਿੰਘ ਸਿੱਧੂ ਜੀ ਦੀ ਐਨਜੀਓ ਨੇ ਹੜੱਪੀ ਹੈ। ਉਸ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ 86 ਏਕੜ ਜ਼ਮੀਨ ਹੜੱਪਣ ਦੀਆਂ ਕੋਸ਼ਿਸ਼ਾਂ ਤੁਸੀਂ ਦੇਖਦੇ ਸਰਕਾਰੀ। ਇਹ 3 ਪਿੰਡਾਂ ਦੀ ਗੱਲ ਨਹੀਂ, ਸਾਡੀ ਐਨਜੀਓ ਦੇ ਸੰਪਰਕ 'ਚ ਇਸ ਮੋਹਾਲੀ ਜ਼ਿਲ੍ਹੇ ਦੇ ਘੱਟੋ ਘੱਟ 10 ਪਿੰਡ ਸੰਪਰਕ ਕਰ ਚੁੱਕੇ ਹੈ। ਪੂਰਾ ਇੱਕ ਲੈਂਡ ਮਾਫੀਆ ਆਰਗੇਨਾਈਜ਼ ਤਰੀਕੇ ਨਾਲ ਭੂ ਮਾਫੀਆ ਵੱਲੋਂ ਚਲਾਇਆ ਜਾ ਰਿਹਾ। ਮੈਂ ਫਿਰ ਕਹਿੰਦਾ ਭੂ ਮਾਫੀਆ 'ਚ ਸਾਬਕਾ ਮੰਤਰੀ, ਮੌਜੂਦਾ ਮੰਤਰੀ, ਹਰ ਤਰ੍ਹਾਂ ਦੇ ਅਫਸਰ, ਪੰਚਾਇਤ ਸੈਕਟਰੀ ਤੋਂ ਲੈ ਕੇ ਡਾਇਰੈਕਟਰ ਪੰਚਾਇਤ ਤੱਕ ਇਹ ਸਾਰੇ ਇਨਵੋਲਵ ਹੈ। ਤੇ ਸਾਰੀ ਕਹਾਣੀ ਇਹਨਾਂ ਨੇ ਦੱਸੀ ਹੈ ਕਿ ਕੌਣ ਕਿਵੇਂ ਜ਼ਮੀਨ ਨੂੰ ਦੱਬ ਰਿਹਾ ਹੈ। ਸਤਮ ਦੀ ਗੱਲ ਤਾਂ ਇਹ ਹੈ ਕਿ ਜੇ ਬਲੌਂਗੀ ਦੀ ਜ਼ਮੀਨ ਗਊਸ਼ਾਲਾ ਦੇ ਨਾਂ ਤੇ ਕੌਡੀਆਂ ਦੇ ਭਾਅ ਚੁੱਕ ਲਈ ਗਈ ਤਾਂ 3 ਪਿੰਡਾਂ ਦੀ ਇਸ ਜ਼ਮੀਨ ਦਾ ਕੁਝ ਹਿੱਸਾ ਇੱਕ ਬਲਾਈਂਡ ਇੰਸਟੀਚਿਊਟ ਦੇ ਨਾਂ ਤੇ ਬਟੋਰ ਲਿਆ ਗਿਆ। ਗਊਸ਼ਾਲਾ ਵਾਲੀ ਜ਼ਮੀਨ ਤੇ ਤਾਂ ਮੈਰਿਜ ਪੈਲੇਸ ਉਸਾਰਨ ਦੀ ਯੋਜਨਾ ਦੱਸੀ ਜਾ ਰਹੀ ਹੈ, ਪਰ ਬਲਾਈਂਡ ਇੰਸਟੀਚਿਊਟ ਹਾਲੇ ਤੱਕ ਹਵਾ ਦੇ ਵਿੱਚ ਹੀ ਹੈ। ਦੱਸ ਦਈਏ ਕਿ ਚੰਡੀਗੜ੍ਹ ਦੇ ਨਾਲ ਲੱਗਦੇ ਏਰੀਆ ਨਿਊ ਚੰਡੀਗੜ੍ਹ ਦੀ ਬੰਜਰ ਜ਼ਮੀਨ ਦਾ ਮੁੱਲ ਕਰੋੜਾਂ ਤੱਕ ਪਹੁੰਚ ਗਿਆ। ਜਦੋਂ ਤੋਂ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸੁਖ ਵਿਲਾਸ ਦੀਆਂ ਬੱਤੀਆਂ ਚਮਕਣ ਲੱਗੀਆਂ ਨੇ, ਉਦੋਂ ਤੋਂ ਕਰੋੜਾਂ ਦਾ ਭਾਅ ਹੋ ਗਿਆ। ਭਾਅ ਮਾਫੀਆ ਚਾਹੇ ਪੂਰੇ ਪੰਜਾਬ ਦੇ ਵਿੱਚ ਜਾਲ ਵਿਛਾ ਚੁੱਕਿਆ, ਪਰ ਮੋਹਾਲੀ ਤੇ ਇਸ ਦੇ ਆਸ-ਪਾਸ ਦੀ ਤਾਂ ਗੱਲ ਹੀ ਵੱਖਰੀ ਹੈ। ਮੋਹਾਲੀ ਜ਼ਿਲ੍ਹੇ ਦੀ ਜ਼ਮੀਨ ਨੇ ਇੱਥੋਂ ਦੇ ਵਸਿੰਦਿਆਂ ਦੀ ਤਕਦੀਰ ਹੀ ਨਹੀਂ ਬਦਲੀ, ਬਲਕਿ ਵੱਡੀ ਗਿਣਤੀ ਸਿਆਸਤਦਾਨ ਵੀ ਵਹਿੰਦੀ ਗੰਗਾ ਦੇ ਵਿੱਚ ਹੱਥ ਧੋ ਗਏ ਨੇ। ਸਰਕਾਰ ਕੋਈ ਵੀ ਹੋਵੇ, ਇੱਥੇ ਮਾਫੀਆ ਚਾਹੇ ਕਿਸੇ ਤਰ੍ਹਾਂ ਦਾ ਵੀ ਹੋਵੇ, ਉਸ ਦੀਆਂ ਪੌਂ 12 ਹੀ ਹੁੰਦੀਆਂ ਨੇ, ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ। ਮਾਫੀਆ ਨੂੰ ਨੱਥ ਪਾਉਣ ਦੀ ਜ਼ਿੰਮੇਵਾਰੀ ਸਿਰਫ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹੈ ਜਾਂ ਫਿਰ ਕਾਂਗਰਸ ਸਰਕਾਰ ਦੀ? ਇਹ ਸਵਾਲ ਅਸੀਂ ਤੁਹਾਡੇ ਤੇ ਛੱਡਿਆ। ਪ੍ਰਾਈਮ ਟਾਈਮ ਦੇ ਵਿੱਚ ਦਿਓ ਇਜਾਜ਼ਤ। ਧੰਨਵਾਦ।